ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹਲਾ ਨੌਵੀਂ ਕੀ ਸ਼ਲੋਕ 51। चिंता ताकि कीजिए जो अनहोनी होए, ये मार्ग संसार को नानक थिर नहीं कोई। चिंता ताकि कीजिए जो अनहोनी होए, ये मार्ग संसार को नानक थिर नहीं कोई। सतਿਗੁਰ ਸਮਝਾਉਂਦੇ ਆ ਭਾਈ, ਚਿੰਤਾ ਕਰਦੇ ਹਾਂ ਅਸੀਂ, ਚਿੰਤਾ ਹੋ ਜਾਂਦੀ ਹੈ। ਸਾਰੀ ਜੀਵ ਹੈ ਲਿਵ ਛੁੜਕੀ ਤ੍ਰਿਸ਼ਨਾ ਮਾਇਆ ਅੰਮ੍ਰਿਤ ਵਰਤਾਇਆ। ਲਿਵ ਟੁੱਟ ਜਾਂਦੀ ਹੈ ਜਦੋਂ ਜੀਵ ਜਨਮ ਲੈਂਦਾ ਸਰੀਰ ਕਰਕੇ ਹੁਕਮ ਨਾਲੋਂ। ਹੁਕਮ ਤਾਂ ਸਰਵ ਵਿਆਪੀ ਹੈ, ਹੁਕਮ ਤਾਂ ਪਾਲਣਾ ਕਰਦਾ ਹੈ, ਪਰ ਸਾਡੀ ਪਕੜ 'ਚੋਂ ਹੁਕਮ ਚਲਿਆ ਜਾਂਦਾ ਹੈ। ਸਾਡੇ ਮਾਇਆ ਦੇ ਰਿਸ਼ਤੇ ਬਣ ਜਾਂਦੇ ਨੇ, ਉਹ ਫਿਰ ਸੰਗਲ ਵੱਧਦੇ ਹੀ ਚਲੇ ਜਾਂਦੇ ਨੇ। ਮੇਰਿਓ ਕਹਿਤ ਹਿਤ ਸਿਉ ਵਧਾਇਓ ਚੀਤ, ਅੰਤ ਕਾਲ ਕੋ ਸੰਗੀ ਨਹੀਂ ਇਹ ਚੱਜ ਹੈ ਰੀਤ। ਮਾਇਆ ਦੇ ਰਿਸ਼ਤਿਆਂ 'ਚੋਂ ਫਿਰ ਚਿੰਤਾ ਪੈਦਾ ਹੋ ਜਾਂਦੀ ਹੈ। ਹਉਮੈ ਮੋਹ ਭਰਮ ਭੈ ਭਾਰ, ਸਤਿਗੁਰ ਸਮਝਾਉਂਦੇ ਨੇ। ਹਉਮੈ ਇੱਛਾ ਦੇ ਵਿੱਚ, ਮੋਹ ਦੇ ਵਿੱਚ, ਭਰਮ ਭਾਵ ਹਨੇਰਾ ਵੱਧਦਾ ਚਲਿਆ ਜਾਂਦਾ। ਭਾਰ ਸਾਡੇ 'ਤੇ ਚਿੰਤਾ ਦਾ ਭਾਰ ਵੱਧਦਾ ਚਲਿਆ ਜਾਂਦਾ। ਸਤਿਗੁਰ ਸਮਝਾਉਂਦੇ ਨੇ ਸੁਖਮਨੀ ਸਾਹਿਬ 'ਚ, ਚਿੰਤਾ ਜਾਏ ਮਿਟੇ ਹੰਕਾਰ। ਚਿੰਤਾ ਕਿਵੇਂ ਜਾਵੇ? ਉਹੀ ਸਤਿਗੁਰ ਸਮਝਾਉਂਦੇ ਨੇ, ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ। ਜਦੋਂ ਜੀਵ ਜਨਮ ਲੈਂਦਾ ਹੈ ਸਰੀਰ ਕਰਕੇ, ਉਸ ਤੋਂ ਬਾਅਦ ਚਿੰਤਾ ਸ਼ੁਰੂ ਹੋ ਜਾਂਦੀ ਹੈ। ਚਿੰਤਾ ਤਾਂ ਉਦੋਂ ਤੋਂ ਸ਼ੁਰੂ ਹੋ ਜਾਂਦੀ ਹੈ ਜਦੋਂ ਹੁਕਮ ਨਾ ਟੁੱਟਦਾ ਹੈ। ਬਹੁਤ ਰੋਂਦਾ ਫਿਰ ਜਿਵੇਂ ਅੱਖਾਂ ਖੁੱਲ੍ਹਦੀਆਂ ਕੰਨ ਸੁਣਨ ਲੱਗ ਜਾਂਦੇ, ਸੰਸਾਰੀ ਰਿਸ਼ਤੇ ਪੈ ਜਾਂਦੇ ਨੇ, ਫਿਰ ਚਿੰਤਾ ਵੱਧਦੀ ਚਲੀ ਜਾਂਦੀ ਹੈ। ਜਪਜੀ ਸਾਹਿਬ ਵੀ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਸੋਚੇ ਸੋਚ ਨਾ ਹੋਵੀ ਜੇ ਸੋਚੀ ਲਖਵਾਰ। ਸੋਚਣ ਨਹੀਂ ਆਇਆ ਏ, ਸੁਣਨ ਆਇਆ, ਸਮਝਣ ਆਇਆ ਵਾ। ਸੋਚਦੇ ਹਾਂ ਅਸੀਂ ਆਪਦੀ ਮੱਤ ਨਾਲ, ਕਲਪਨਾ, ਉਹ 'ਚੋਂ ਚਿੰਤਾ ਪੈਦਾ ਹੁੰਦੀ ਹੈ। ਆਇਆ ਸੁਣ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਲਾਲਚ ਬਿਰਥਾ ਜਨਮ ਪ੍ਰਾਣੀ। ਸੁਣ ਗੁਰੂ ਤੋਂ ਸੁਣ ਪੜ੍ਹਨ ਵਿਚਾਰਨ ਆਇਆ ਸੀ ਬਾਣੀ ਨੂੰ, ਪਰ ਸਤਿਗੁਰਾਂ ਨੂੰ ਹੀ ਉਪਦੇਸ਼ ਕਰਨ ਲੱਗ ਗਿਆ। ਆਨੰਦ ਸਾਹਿਬ ਸਤਿਗੁਰਾਂ ਨੇ ਸਮਝਾਇਆ ਕਿ ਮਨ 'ਚ ਉਤਰਾਈਆਂ ਕਰਦਾ ਹੈ, ਆਪਦੀ ਸਿਆਣਪ ਕਰਦਾ। ਅਨੇਕਾਂ ਉਪਦੇਸ਼ ਦੇ ਕੇ ਆਪਾਂ ਨੂੰ ਬਾਣੀ ਸਮਝਾਉਂਦੀ ਹੈ। ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜਪਜੀ ਸਾਹਿਬ ਸਤਿਗੁਰਾਂ ਨੇ ਸਮਝਾਇਆ ਕਿ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ। ਇਹ ਝੂਠ ਨਾਲੋਂ ਕਿਵੇਂ ਛੁੱਟਿਆ ਜਾਵੇ? ਚਿੰਤਾ ਤਾਂ ਵੱਧਦੀ ਚਲੀ ਜਾਂਦੀ ਹੈ। ਇਹ ਚਿੰਤਾ, ਇਹ ਚਿਤਾ, ਇਹੀ ਕਾਲ ਹੈ ਸਾਡਾ, ਜੰਮਣ ਮਰਨ ਦਾ ਕਾਰਨ ਇਹੀ ਹੈ। ਬਾਬਾ ਫਰੀਦ ਜੀ ਵੀ ਸਮਝਾਉਂਦੇ ਨੇ, ਮਰਗ ਸਵਾਈ ਨੀ ਜਾਂ ਭਰਿਆ ਤਾਂ ਲੱਦਿਆ। ਮਨ ਹੁਕਮ ਦਾ ਵਿਰੋਧ ਕਰਦਾ ਕਰਦਾ ਪਾਪਾਂ ਦਾ ਘੜਾ ਇਹਦਾ ਭਰ ਜਾਂਦਾ, ਫਿਰ ਚਲਿਆ ਜਾਂਦਾ ਜੰਮਣ ਮਰਨ ਨੂੰ। ਹੁਕਮ ਦਾ ਵਿਰੋਧ ਹੀ ਇਹਦਾ ਕਾਲ ਹੈ, ਉਹੀ ਪਾਪ ਹੈ। ਸੰਤ ਸਰਨ ਜੋ ਜਨ ਭਰੈ, ਸੋ ਜਨ ਉਧਰਨ ਹਾਰ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਸਤਿਗੁਰ ਸਮਝਾਉਂਦੇ ਆ ਭਾਈ, ਬਾਣੀ ਸੰਤ ਕਾ ਮਾਰਗ ਹੈ, ਧਰਮ ਕੀ ਪੌੜੀ ਕੋ ਬੜਭਾਗੀ ਪਾਵੇ। ਇਹ ਸੰਤ ਮਾਰਗ, ਸੱਚ ਦਾ ਗਿਆਨ, ਇਹ ਆਪਾਂ ਲੈਣਾ ਹੈ, ਇਹ ਮਾਰਗ 'ਤੇ ਚੱਲਣਾ ਹੈ। ਧਰਮ ਭਾਵ ਗਿਆਨ, ਉਹ ਵੱਡੇ ਭਾਗਾਂ ਵਾਲੇ ਨੇ ਗੁਰਸਿੱਖ, ਜਿਹੜੇ ਗੁਰੂ ਭਗਤਾਂ ਨੇ ਦਰਸਾਏ ਰਾਹ 'ਤੇ ਚੱਲ ਕੇ ਇਹ ਪ੍ਰਾਪਤੀ ਕਰਦੇ ਨੇ। ਨਹੀਂ ਤਾਂ ਚਿੰਤਾ ਬਣੀਏ ਰਹਿੰਦੀ ਹੈ। ਹੁੰਦਾ ਉਹੀ ਹੈ ਜੋ ਕੁਦਰਤ ਚਾਹੁੰਦੀ ਹੈ, ਭਾਵ ਹੁਕਮ ਚਾਹੁੰਦਾ ਹੈ। ਜੋ ਤਿਸ ਭਾਵੇ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਜਪਜੀ ਸਾਹਿਬ ਸਤਿਗੁਰਾਂ ਨੇ ਸਮਝਾਇਆ, ਉਹਨੂੰ ਕੋਈ ਹੁਕਮ ਨਹੀਂ ਕਰ ਸਕਦਾ। ਜੋ ਕੁਦਰਤ ਚਾਹੁੰਦੀ ਹੈ, ਭਾਵ ਹੁਕਮ ਚਾਹੁੰਦਾ, ਉਹੀ ਹੁੰਦਾ ਵਾ। ਸਾਡਾ ਵੀ ਹੁਕਮ ਹੈ, ਉਹ ਕਾਲਪਨਿਕ ਹੁਕਮ ਹੈ, ਉਹ 'ਚੋਂ ਚਿੰਤਾ ਪੈਦਾ ਹੁੰਦੀ ਹੈ। ਸਤਿਗੁਰ ਸਮਝਾਉਂਦੇ ਨੇ, ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ।
ਮਰਨ ਲਿਖਾਏ ਮੰਡਲ ਮੇ ਆਏ। ਸਤਿਗੁਰਾਂ ਨੇ ਸਮਝਾਇਆ ਜੀਵ ਦਾ ਅੰਮ੍ਰਿਤ ਲੋਕ ਚਾਉਣਾ, ਇਹਦਾ ਬਾਇਓਡਾਟਾ ਜਨਮ ਅਨੁਸਾਰ ਲਿਖਿਆ ਜਾਂਦਾ, ਇੱਕ ਵਾਰੀ ਇਹ ਪਾ ਦਿੰਦਾ ਉਹ। ਜੇ ਆਪਾਂ ਜਪਜੀ ਸਾਹਿਬ ਸਤਿਗੁਰਾਂ ਦੇ ਵਚਨ ਲਈਏ, ਆਸਣ ਲੋਏ ਲੋਏ ਭੰਡਾਰ, ਜੋ ਕਿਸ ਪਾਇਆ ਸੋ ਏਕਾਂ ਵਾਰ। ਕੀਰਤਨ ਸੋਲੇ 'ਚ ਵੀ ਸਤਿਗੁਰ ਸਮਝਾਉਂਦੇ ਨੇ, ਆਪਾਂ ਰੋਜ਼ ਪੜ੍ਹਦੇ ਹਾਂ, ਵਿਚਾਰਦੇ ਹਾਂ। ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਸੰਮਤ ਭਾਵ ਇਹਦਾ ਬਾਇਓਡਾਟਾ ਲਿਖਿਆ ਜਾਂਦਾ ਹੈ, ਹੁਕਮ ਅਨੁਸਾਰ ਇਹ ਜੀਵ ਆਉਂਦਾ ਹੈ, ਹੁਕਮ ਅਨੁਸਾਰ ਜਾਂਦਾ। ਪਰ ਸਾਨੂੰ ਸੱਚ ਦਾ ਗਿਆਨ ਨਾ ਹੋਣ ਕਰਕੇ ਸਾਡੇ ਅੰਦਰ ਕਲਪਨਾ ਚੱਲਦੀ ਰਹਿੰਦੀ ਹੈ, ਉਹੀ ਤਾਂ ਕਾਲ ਹੈ, ਉਹੀ ਸਾਡਾ ਜੰਮਣ ਮਰਨ ਹੈ। ਭਗਤ ਕਬੀਰ ਜੀ ਸਮਝਾਉਂਦੇ ਆ, ਕਾਲ ਕਲਪਨਾ ਕਦੇ ਨਾ ਖਾਏ, ਆਦਿ ਪੁਰਖ ਮੇ ਰਹੇ ਸਮਾਏ। ਆਦਿ ਪੁਰਖ ਦੀ ਬਾਣੀ ਹੈ ਭਾਈ, ਇਹ ਕਰਤੇ ਪੁਰਖ ਦੀ ਬਾਣੀ ਹੈ। ਗੁਰੂ ਭਗਤ ਸਾਹਿਬਾਨਾਂ ਨੇ ਹੁਕਮ ਦਾ ਜਸ ਕੀਤਾ ਹੈ, ਗੁਣਾਂ ਦਾ ਜਸ ਕੀਤਾ ਹੈ। ਆਪਾਂ ਵੀ ਇਹ ਪ੍ਰਾਪਤੀ ਕਰਨੀ ਹੈ। ਫਿਰ ਆਪਣੀ ਇਹ ਚਿੰਤਾ ਜਾਣੀ ਹੈ। ਚਿੰਤਾ ਜਾਏ ਮਿਟੇ ਹੰਕਾਰ। ਚਿੰਤਾ ਜਦ ਤੱਕ ਨਹੀਂ ਜਾਂਦੀ, ਜਦ ਤੱਕ ਇੱਛਾ ਦਾ ਤਿਆਗ ਨਹੀਂ ਹੁੰਦਾ, ਜਦ ਤੱਕ ਸਾਡਾ ਜੰਮਣ ਮਰਨ ਰਹਿੰਦਾ ਹੈ। ਪਰ ਸਾਡੇ ਹੁਕਮ ਅਨੁਸਾਰ ਤਾਂ ਇਹ ਸ੍ਰਿਸ਼ਟੀ ਚੱਲਦੀ ਨਹੀਂ ਹੈਗੀ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮੇ ਜੇ ਬੁਝੀਏ ਤਾਂ ਹਉਮੈ ਕਹੇ ਨਾ ਕੋਈ। ਹੁਕਮ ਬੁੱਝਣੇ ਜੀਵ ਆਇਆ ਹੈ, 84 ਲੱਖ ਦਾ ਗੇੜਾ ਕੱਢ ਕੇ ਮਨੁੱਖਾ ਦੇਹੀ ਤੱਕ ਪਹੁੰਚਿਆ ਉਹਦੀ ਕਿਰਪਾ ਨਾਲ। ਜੇ ਇੱਥੋਂ ਚੁੱਕ ਗਿਆ ਫਿਰ ਜੰਮਣ ਮਰਨ ਨੂੰ ਚਲੇ ਜਾਊਗਾ। ਜੋ ਨਾਰੇ ਪੌੜੀ ਤੇ ਚੁੱਕੇ, ਜੇ ਹੁਣ ਚੁੱਕ ਗਏ ਮਨੁੱਖਾ ਦੇਹੀ ਚੋਂ, ਫਿਰ ਸਾਨੂੰ 84 ਲੱਖ ਜੋ ਜਾਣਾ ਪਊਗਾ। ਚਿੰਤਾ ਤਾਂ ਜਾਊਗੀ, ਚਿੰਤਾ ਤਾਂ ਕੀ ਕੀਜੀਏ, ਜੋ ਅਨਹੋਨੀ ਹੋਏ। ਇਹ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਈ। ਜਿੰਨੀਆਂ ਪਿੱਛੇ ਤੋਂ ਪ੍ਰਚਲਿਤ ਮੱਤਾਂ ਆਪਾਂ ਕਰਦੇ ਆਏ ਹਾਂ ਔਰ ਕਰਦੇ ਰਹਾਂਗੇ, ਜਿਵੇਂ ਸੰਸਾਰ ਕਰ ਰਿਹਾ ਆਪਾਂ ਵੀ ਕਰਦੇ ਆਏ ਹਾਂ। ਹੁਣ ਇਹ ਮਨੁੱਖਾ ਦੇਹੀ ਆਪਾਂ ਨੂੰ ਮਿਲੀ ਹੈ, ਉਹਦੀ ਭਗਤੀ ਖਾਤਰ ਮਨ ਨੂੰ ਭਾਣੇ 'ਚ ਲਿਆਉਣਾ। ਗਿਆਨ ਤੋਂ ਬਿਨਾਂ ਮਨ ਟਿਕਦਾ ਨਹੀਂ ਹੈਗਾ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੋਣਾ, ਗਿਆਨ ਤੋਂ ਬਿਨਾਂ ਮਨ ਨੇ ਟਿਕਣਾ ਨਹੀਂ ਹੈਗਾ। ਮਨ ਟਿਕੇ ਤੋਂ ਬਿਨਾਂ ਕਾਲ ਨੇ ਨਹੀਂ ਛੱਡਣਾ, ਚਿੰਤਾ ਨਹੀਂ ਜਾਣੀ। ਇਹ ਕਿਵੇਂ ਪ੍ਰਾਪਤੀ ਹੋਵੇ? ਸਤਿਗੁਰਾਂ ਦੇ ਵਚਨ ਲੈਂਦੇ ਹਾਂ। ਪ੍ਰਭਾਤੀ ਮਹੱਲਾ ਪੰਜਵਾਂ। ਪ੍ਰਭ ਕੀ ਸੇਵਾ ਜਨ ਕੀ ਸੋਭਾ, ਕਾਮ ਕ੍ਰੋਧ ਮਿਟੇ ਤਿਸ ਲੋਭਾ। ਸਤਿਗੁਰ ਸਮਝਾਉਂਦੇ ਆ, ਜਨ ਦੀ ਸੋਭਾ ਕੀ ਹੈ ਭਾਈ? ਪ੍ਰਭ ਦੀ ਸੇਵਾ। ਪ੍ਰਭ ਦੀ ਸੇਵਾ ਕੀ ਹੈ? ਪ੍ਰਭ ਦਾ ਜਸ ਬਾਣੀ ਜਸ ਕਰਦੀ ਹੈ। ਹਰ ਜਸ ਗਾਏ ਲੈ ਮਨਾ, ਜੋ ਸੰਗੀ ਹੈ ਤੇਰੋ। ਪ੍ਰਭ ਕੀ ਸੇਵਾ ਜਨ ਕੀ ਸੋਭਾ, ਉਹੀ ਜਨ ਕੀ ਸੋਭਾ। ਹਰ ਕਾ ਨਾਮ ਜਨ ਕੀ ਵਡਿਆਈ। ਨਾਮ ਦੀ ਪ੍ਰਾਪਤੀ ਤੋਂ ਬਾਅਦ, ਨਾਮ ਦੀ ਸਮਝ ਤੋਂ ਬਾਅਦ ਉਹਦੀ ਵਡਿਆਈ ਕਰਨੀ, ਇਹੀ ਸੋਭਾ ਵਾ ਭਾਈ। ਪਰ ਇਹ ਸਾਨੂੰ ਪ੍ਰਾਪਤੀ ਤਾਂਹੀਓ ਹੋਊਗੀ ਜੇ ਗੁਰ ਸ਼ਬਦ ਦੀ ਕਮਾਈ ਅਸੀਂ ਕਰਾਂਗੇ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਾਂਗੇ। ਜਿਵੇਂ ਨਦੀਆਂ ਨਾਲੇ ਚੱਲਦੇ ਨੇ, ਸਮੁੰਦਰ 'ਚ ਲੈ ਹੋ ਜਾਂਦੇ ਨੇ, ਐਵੇਂ ਆਪਾਂ ਚੱਲਣਾ ਵਾ ਗੁਰੂ ਦੇ ਪਿੱਛੇ ਪਿੱਛੇ। ਨਦੀਆਂ ਪਵੈ ਸਮੁੰਦਰ ਨਾ ਜਾਣੀਏ। ਸਤਿਗੁਰ ਸਮਝਾਉਂਦੇ ਨੇ, ਜਿਹੜੇ ਗੁਰ ਸ਼ਬਦ ਦੀ ਕਮਾਈ ਕਰਦੇ ਨੇ, ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਦੇ ਨੇ, ਕਾਮ ਕ੍ਰੋਧ ਮਿਟੇ ਤਿਸ ਲੋਭਾ। ਉਹਨਾਂ ਦੇ ਅੰਦਰੋਂ ਇਹ ਤਿਆਗ ਹੋ ਜਾਂਦਾ, ਇੱਛਾ ਮਰ ਜਾਂਦੀਆਂ ਨੇ। ਉਹ ਇੱਛਾ ਹੀ ਚਿੰਤਾ ਪੈਦਾ ਕਰਦੀਆਂ ਨੇ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਨਾਮ ਤੇਰਾ ਜਨ ਕੈ ਭੰਡਾਰ, ਗੁਣ ਗਾਵੇ ਪ੍ਰਭ ਦਰਸ ਪਿਆਰ। ਕੌਣ ਗੁਣ ਗਾਉਂਦੇ ਨੇ? ਜਿਹੜੇ ਕੁਦਰਤ ਨੂੰ ਪ੍ਰੇਮ ਕਰਦੇ ਨੇ। ਜਪਜੀ ਸਾਹਿਬ ਸਤਿਗੁਰਾਂ ਨੇ ਸਮਝਾਇਆ, ਕਦੋਂ ਪ੍ਰੇਮ ਪੈਂਦਾ ਹੈ ਜੀਵ ਦਾ? ਪਹਿਲਾਂ ਅਸੀਂ ਸੰਸਾਰ ਨੂੰ ਪ੍ਰੇਮ ਕਰਦੇ ਹਾਂ, ਧੀਆਂ ਪੁੱਤਾਂ ਨੂੰ ਪ੍ਰੇਮ ਕਰਦੇ ਨੇ, ਸੰਪਤ ਨੂੰ ਪ੍ਰੇਮ ਕਰਦੇ, ਉੱਚੇ ਰੁਤਬਿਆਂ ਨੂੰ ਪ੍ਰੇਮ ਕਰਦੇ ਹਾਂ। ਪਰ ਜਦੋਂ ਸਮਝ ਆ ਜਾਂਦੀ ਹੈ ਪ੍ਰਭ ਕੀ ਸੇਵ ਤੋਂ, ਸਤਿਗੁਰ ਸਮਝਾਉਂਦੇ ਨੇ, ਉਹੀ ਗੁਣ ਗਾਉਂਦੇ ਨੇ। ਜਪਜੀ ਸਾਹਿਬ ਆਪਾਂ ਨੂੰ ਸਮਝਾਇਆ, ਸੁਣੀਏ ਸਤ ਸੰਤੋਖ ਗਿਆਨ, ਸੁਣੀਏ 68 ਕਾ ਇਸਨਾਨ, ਸੁਣੀਏ ਪੜ੍ਹ ਪੜ੍ਹ ਪਾਵੇ ਮਾਨ, ਸੁਣੀਏ ਲਾਗੇ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣੀਏ ਦੁਖ ਪਾਪ ਕਾ ਨਾਸ਼। ਜਦੋਂ ਬਾਣੀ ਸੁਣਦੇ ਵਿਚਾਰਦੇ ਰਹੇ ਨੇ, ਸਾਨੂੰ ਸੱਚ ਦਾ ਗਿਆਨ ਹੋ ਜਾਂਦਾ, ਫਿਰ ਸੰਤੋਖ ਆ ਜਾਂਦਾ ਹੈ। ਫਿਰ ਮਨ ਬੁੱਧੀ ਜਿਹੜੀ ਹੈਗੀ ਆਪਦੇ ਮੂਲ ਦਾ ਦਰਸ਼ਨ ਕਰ ਲੈਂਦੀ ਹੈ ਸੱਚ ਦੇ ਗਿਆਨ ਤੋਂ। ਫਿਰ ਪ੍ਰੇਮ ਪੈਂਦਾ ਵਾ। ਸੁਣੀਏ ਮੰਨੀਏ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸੁਣ ਤੋਂ ਭਾਵ, ਜਦੋਂ ਬਾਣੀ ਨੂੰ ਵਿਚਾਰਦੇ ਰਹਿੰਦੇ ਹਾਂ ਅਸੀਂ, ਉਹ 'ਚੋਂ ਗਿਆਨ ਪੈਦਾ ਹੁੰਦਾ ਹੈ, ਫਿਰ ਮਨ ਟਿਕ ਜਾਂਦਾ ਹੈ।
ਸੁਣਨ ਤੋਂ ਬਾਅਦ ਫਿਰ ਇਹ ਮੰਨ ਜਾਂਦਾ ਹੈ। ਮੰਨੇ ਪਾਵੇ ਮੋਖ ਦਵਾਰ, ਫਿਰ ਮੋਖ ਦਵਾਰ ਤੋਂ ਭਾਵ ਅਤਰੀਬ ਦੁਨੀਆ ਦਾ ਇਹਨੂੰ ਗਿਆਨ ਹੋ ਜਾਂਦਾ। ਗਿਆਨ ਹੀ ਹੋਰ ਧਿਆਨ ਬਣ ਜਾਂਦਾ ਹੈ। ਸੁਣੀਏ ਮੰਨੀਏ, ਫਿਰ ਮਨ ਕੀਤਾ ਪਾਓ, ਤੀਜੀ ਅਵਸਥਾ 'ਚ ਜਾ ਕੇ ਤਾਂ ਫਿਰ ਪ੍ਰੇਮ ਪੈਂਦਾ ਵਾ। ਫਿਰ ਆਤਮਾ ਤੀਰਥ ਨੂੰ ਜਾਂਦੀ ਹੈ। ਉਹ ਨਾਮ ਸਰੋਵਰ ਹੈ। 10ਵਾਂ ਦਵਾਰ ਦੇ ਲੋਕ ਵੀ ਕਿਹਾ ਹੈ, ਹਰਿਦੁਆਰ ਵੀ ਕਿਹਾ ਹੈ। ਕਬੀਰ ਸਮਝਾਉਂਦੇ ਨੇ, ਮੋਏ ਮਰਨੇ ਕਾ ਚਾਓ ਹੈ, ਮਰੂ ਤੋਂ ਹਰ ਕੇ ਦੁਆਰ। ਉਹ ਫਿਰ ਤੀਏ 'ਚ ਪ੍ਰੇਮ ਪੈਂਦਾ। ਚੌਥੇ 'ਚ ਫਿਰ ਇਹ ਜਿਹੜਾ ਹੈਗਾ ਵਾ ਨਿਰਮਲ ਹੋ ਜਾਂਦਾ। ਫਿਰ ਇਹਦੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਸੁਣੀਏ ਮੰਨੀਏ, ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਆਓ। ਉਸ ਅਵਸਥਾ ਤੋਂ ਬਾਅਦ ਫਿਰ ਇਹਨੂੰ ਸਮਝ ਆਉਂਦੀ ਹੈ, ਮੇਰੇ 'ਚ ਗੁਣ ਕੋਈ, ਸਭ ਗੁਣ ਤੇਰੇ ਮੈਂ ਗੁਣ ਨਾਹੀ ਕੋਈ। ਬਿਨ ਗੁਣ ਕੀਤੇ ਭਗਤ ਨਾ ਹੋਏ। ਇਹ ਭਗਤੀ ਐਸੀ ਹੈ, ਗੁਣਾਂ ਤੋਂ ਬਿਨਾਂ ਹੁੰਦੀ ਨਹੀਂ। ਗੁਣ ਸਾਡੇ 'ਚ ਕੋਈ ਵੀ ਨਹੀਂ। ਨਿਰਭਉ ਅਸੀਂ ਨਹੀਂ, ਨਿਰਵੈਰ ਨਹੀਂ, ਕਾਲ ਤੋਂ ਮੁਕਤ ਨਹੀਂ, ਅਜੂਨੀ ਨਹੀਂ। ਜੂਨੀ ਹੈ ਸਰੀਰ ਦੇ ਵਿੱਚ ਹੈ, ਕਾਲ ਦੇ ਵਸ ਹੈ। ਨਿਰਵੈਰ ਨਹੀਂ, ਵੈਰ ਵਿਰੋਧ ਸਾਡਾ ਸੰਸਾਰ ਨਾਲ ਹੈ। ਨਿਰਭਉ ਨਹੀਂ, ਭੈ ਸਾਡੇ ਅੰਦਰ ਚਿੰਤਾ ਰਹਿੰਦੀ ਹੈ। ਇਹ ਗੁਣਾਂ ਦੀ ਪ੍ਰਾਪਤੀ ਕਰਨੀ ਆਪਾਂ। ਗੁਣਾਂ ਦੀ ਪ੍ਰਾਪਤੀ ਖਾਤਰ ਤਾਂ ਆਪਾਂ ਨੂੰ ਇਹ ਜਨਮ ਮਿਲਿਆ। ਹਰ ਬਿਸਰਤ ਸਦਾ ਖੁਆਰੀ, ਹਰ ਬਿਸਰ ਤੇਰੇ ਗੁਣ ਗਲਿਆ। ਆਤਮਾ ਪ੍ਰਾਤਮਾ ਤੋਂ ਵਿਛੜ ਗਈ ਹੈ, ਜੰਮਣ ਮਰਨ 'ਚ ਆ ਗਈ, ਇਹਦੇ ਗੁਣ ਗਲ ਗਏ। ਹੁਣ ਗੁਣਾਂ ਦੀ ਪ੍ਰਾਪਤੀ ਕਰਨੀ ਆ ਆਪਾਂ। ਉਸ ਤੋਂ ਬਾਅਦ ਫਿਰ ਇਹ ਭਗਤੀ ਸ਼ੁਰੂ ਹੋਣੀ ਆ ਆਪਣੀ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਤੁਮਰੀ ਭਗਤ ਪ੍ਰਭ ਤੁਮਹਿ ਚਿਨਾਈ, ਕਾਟ ਜੇਵਰੀ ਜਨ ਲੀਏ ਛਡਾਈ। ਉਹ ਜਿਹੜੀ ਚਿੰਤਾ ਸੀਗੀ, ਜਿਹੜਾ ਮੋਹ ਦਾ ਜਾਲ ਸੀ, ਤੁਮਰੀ ਕਿਰਪਾ ਤੇ ਮੋਹ ਮਾਨ ਛੂਟੇ, ਛੂਟ ਜਾਏ ਪਰਮਾਈ। ਆਪਦੀ ਮੱਤ ਨਾਲ ਨਹੀਂ ਅਸੀਂ ਇਹ ਪਾਰ ਪਾ ਸਕਦੇ, ਆਪਦੀ ਮੱਤ ਨਾਲ ਨਹੀਂ ਇਹ ਜਾਲ ਕੱਟ ਸਕਦੇ। ਉਹਦੀ ਕਿਰਪਾ ਨਾਲ ਇਹ ਮੋਹ ਦਾ ਜਾਲ ਕੱਟਿਆ ਜਾਂਦਾ ਹੈ। ਉਹੀ ਸਤਿਗੁਰ ਸਮਝਾ ਰਹੇ, ਤੁਮਰੀ ਭਗਤ ਪ੍ਰਭ ਤੁਮੇ ਜਨਾਈ, ਕਾਟ ਜੇਵਰੀ ਜਨ ਲੀਏ ਛਡਾਈ। ਉਹ ਜਨ ਨੂੰ ਤੂੰ ਛਡਾ ਲੈਣਾ, ਉਹ 'ਤੇ ਕਿਰਪਾ ਰਹਿਮਤ ਕਰ ਦੇਣਾ। ਇਹ ਮੋਹ ਦੀ ਜੇਵਰੀ ਜਿਹੜੀ ਇਹ ਕੱਟ ਦਿੰਦਾ ਵਾ। ਆਪਾਂ ਵੀ ਇਹ ਕੱਟਣੀ ਆ ਭਾਈ, ਆਪਾਂ ਵੀ ਇਹ ਪ੍ਰਾਪਤੀ ਕਰਨੀ ਆ। ਰਹਾਓ ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਜੋ ਜਨ ਰਾਤਾ ਪ੍ਰਭ ਕੇ ਰੰਗ, ਤਿਨ ਸੁਖ ਪਾਇਆ ਪ੍ਰਭ ਕੇ ਸੰਗ। ਆਤਮਾ ਪ੍ਰਾਤਮਾ ਦੇ ਦਰਸ਼ਨ ਕਰ ਲੈਂਦੀ ਹੈ, ਇਹਦੀ ਗਤੀ ਹੋ ਜਾਂਦੀ ਹੈ। ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਦੁਵਿਧਾ ਸੰਸਾਰ ਜਿਹੜਾ ਉਹਦਾ ਖਤਮ ਹੋ ਜਾਂਦਾ ਹੈ, ਇੱਕ ਹੋ ਜਾਂਦੇ ਨੇ। ਇੱਕ ਹੋਏ ਤਾਂ ਉਗਵੇ, ਰੁੱਤੀ ਰੁੱਤ ਹੋਏ। ਉਹ ਅਵਸਥਾ ਪ੍ਰਾਪਤ ਕਰਨੀ ਹੈ ਆਪਾਂ। ਜਦੋਂ ਇੱਕ ਹੁੰਦਾ, ਉਸ ਤੋਂ ਬਾਅਦ ਫਿਰ ਨਾਮ ਦੀ ਪ੍ਰਾਪਤੀ ਹੁੰਦੀ ਹੈ ਆਪਾਂ ਨੂੰ। ਨਾਮ ਕੀ ਹੈ? ਹੁਕਮ। ਸਾਧ ਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਬਖਾਣੀਏ। ਇੱਕੋ ਨਾਮ ਹੁਕਮ ਹੈ, ਸਤਿਗੁਰ ਦੀਆ ਬੁਝਾਏ ਜੀਓ। ਸੱਚ ਦੇ ਗਿਆਨ ਤੋਂ ਸਾਨੂੰ ਪਤਾ ਲੱਗਦਾ, ਭਾਵ ਨਾਮ ਕੀ ਹੈ? ਹੁਕਮ। ਹੁਕਮ ਕੀ ਹੈ? ਸ਼ਕਤੀ। ਹੁਕਮ ਨਾਲ ਤਾਂ ਸ੍ਰਿਸ਼ਟੀ ਸਾਜੀ ਜਾਂਦੀ ਹੈ, ਨਾਮ ਨਾਲ ਤਾਂ ਨਾਮੇ ਉਤਪਤ ਨਾਮੇ ਪਰਲੋ। ਉਹੀ ਸਤਿਗੁਰ ਸਮਝਾਉਂਦੇ ਨੇ, ਜੋ ਜਨ ਰਾਤਾ ਪ੍ਰਭ ਕੇ ਰੰਗ, ਤਿਨ ਸੁਖ ਪਾਇਆ ਪ੍ਰਭ ਕੇ ਸੰਗ। ਗੁਰ ਮੇਰੇ ਸੰਗ ਸਦਾ ਹੈ ਨਾਲੇ। ਫਿਰ ਇੱਕ ਹੋ ਜਾਂਦੀ ਆਤਮਾ ਪ੍ਰਾਤਮਾ। ਉਸ ਤੋਂ ਬਾਅਦ ਫਿਰ ਸਾਡੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਉਸ ਅਵਸਥਾ 'ਚ ਜਾ ਕੇ ਹਰ ਗੁਣ ਗਾਏ ਜਾਂਦੇ ਨੇ। ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ। ਸਹਿਜ ਅਵਸਥਾ ਚਲੀ ਜਾਂਦੀ ਹੈ, ਮਨ ਬੁੱਧੀ ਆਤਮਾ ਪ੍ਰਾਤਮਾ 'ਚ ਲੈ ਹੋ ਜਾਂਦੀ ਹੈ। ਉਸ ਅਵਸਥਾ 'ਚ ਜਾ ਕੇ ਹਰ ਦੀ ਕਥਾ ਵਿਚਾਰੀ ਜਾਂਦੀ ਹੈ, ਹਰੀ ਦੇ ਗੁਣ ਗਾਏ ਜਾਂਦੇ ਨੇ। ਇਹ ਅਵਸਥਾ ਦੇ ਨਾਂ ਨੇ ਆਤਮਾ ਦੇ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਜਿਸ ਰਸ ਆਇਆ ਸੋਈ ਜਾਣੇ, ਪੇਖ ਪੇਖ ਮਨ ਮਹਿ ਹੈਰਾਨੇ। ਹੈਰਾਨ ਹੋ ਜਾਂਦੀ ਹੈ ਉਹ ਆਤਮਾ ਜਿਹੜੀ ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ, ਜਿਹਦਾ ਸੰਸਾਰ 'ਚੋਂ ਛੁਟਕਾਰਾ ਹੋ ਜਾਂਦਾ, ਜਿਹਦੀ ਚਿੰਤਾ ਖਤਮ ਹੋ ਜਾਂਦੀ ਹੈ। ਇਹ ਐਸੀ ਭਗਤੀ ਹੈ, ਬਿਆਨ ਤੋਂ ਪਰੇ ਹੈ। ਜਿਹਨੇ ਚਾਖਿਆ ਸੋਈ ਜਾਣੇ। ਜਿਹੜੇ ਇਹਨੂੰ ਚੱਖਦੇ ਨੇ ਉਹੀ ਜਾਣਦੇ ਨੇ। ਜਿਉਂ ਚਾਖ ਗੁੰਗਾ ਮੁਸਕਾਏ ਤੋਂ ਭਾਵ ਵੀ ਇਹੀ ਹੈ। ਗੁੰਗੇ ਵਾਲੀ ਗੱਲ ਹੋ ਜਾਂਦੀ ਹੈ, ਜਿਵੇਂ ਗੁੰਗਾ ਗੁੜ ਖਾ ਕੇ ਕਿਵੇਂ ਬਿਆਨ ਕਰੂਗਾ। ਉਹ ਖੁਸ਼ ਤਾਂ ਹੁੰਦਾ ਹੈ, ਅਹਿਸਾਸ ਹੁੰਦਾ ਹੈ ਉਹਨੂੰ, ਪਰ ਬਿਆਨ ਨਹੀਂ ਕਰ ਸਕਦਾ। ਇਹ ਐਸੀ ਭਗਤੀ ਹੈ ਜਿਹੜੀ 'ਤੇ ਚੱਲਣਗੇ ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਾਣੇ। ਇਹ ਬ੍ਰਹਮ ਗਿਆਨ ਮਾਰਗ ਹੈ, ਇਹ ਗੁਰਮਤਿ ਮਾਰਗ ਹੈ, ਭਾਵ ਗਿਆਨ ਮਤ ਮਾਰਗ ਹੈ। ਇਹ ਆਪਾਂ ਮਤ ਲੈਣੀ ਹੈ। ਗੁਰ ਕੀ ਮਤ ਤੂੰ ਲੇਹੋ ਆਣੇ, ਭਗਤੀ ਬਿਨਾ ਵੈ ਡੁੱਬੇ ਸਿਆਣੇ। ਜਿਨ੍ਹਾਂ ਨੇ ਗੁਰ ਕੀ ਮਤ ਛੱਡਤੀ, ਗੁਰੂ ਛੱਡਤਾ, ਉਹ ਡੁੱਬ ਗਏ। ਆਪਾਂ ਇਹ ਪ੍ਰਾਪਤੀ ਕਰਨੀ ਹੈ। ਮਨੁੱਖਾ ਦੇਹੀ ਮਿਲੀ ਹੈ, ਬੜੀ ਕਿਰਪਾ ਰਹਿਮਤ ਨਾਲ ਉਹਦੀ।
ਇਹ ਵੇਲਾ ਆਪਣਾ ਐਵੇਂ ਨਾ ਚੱਲਿਆ ਜਾਵੇ। ਆਪਾਂ ਗੁਰੂ ਦੇ ਲੜ ਲੱਗਣਾ ਹੈ, ਗੁਰ ਸ਼ਬਦ ਦੇ ਲੜ ਲੱਗਣਾ, ਫਿਰ ਆਪਾਂ ਨੂੰ ਪ੍ਰਾਪਤੀ ਹੋਣੀ ਹੈ। ਜਿਸ ਰਸ ਆਇਆ ਸੋਈ ਜਾਣੇ, ਪੇਖ ਪੇਖ ਮਨ ਮੈਂ ਹੈਰਾਨੇ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਸੋ ਸੁਖੀਆ ਸਭ ਤੇ ਉੱਤਮ ਸੋਏ, ਜਾ ਕੇ ਹਿਰਦੇ ਬਸਿਆ ਪ੍ਰਭ ਸੋਏ। ਮਨ ਰੂਪੀ ਹਿਰਦੇ ਦੇ ਵਿੱਚ ਉਹ ਪ੍ਰਭ ਦਾ ਵਾਸਾ ਹੋ ਜਾਂਦਾ। ਜੈ ਘਟ ਵਸੇ ਹਰ ਨਾਮ, ਜਿਹੜੇ ਹਿਰਦੇ 'ਚ ਨਾਮ ਪ੍ਰਗਟ ਹੋ ਜਾਂਦਾ, ਹੁਕਮ ਪ੍ਰਗਟ ਹੋ ਜਾਂਦਾ, ਫੇਰ ਹੀ ਜਸ ਹੋਊ ਉਹਦਾ ਭਾਈ। ਬਾਣੀ ਹਿਰਦੇ 'ਚ ਪ੍ਰਗਟ ਕਰਕੇ ਆਪਾਂ ਨੂੰ ਅੱਖਰੀ ਰੂਪ ਦਿੱਤਾ ਗੁਰੂ ਸਾਹਿਬਾਨਾਂ ਨੇ। ਮਾਰਗ ਆਪਾਂ ਇਹਦੀ ਪ੍ਰਾਪਤੀ ਕਰਨੀ ਹੈ। ਸੋ ਸੁਖੀਆ ਸਭ ਤੇ ਉੱਤਮ ਸੋਏ, ਜਾ ਕੇ ਹਿਰਦੇ ਬਸਿਆ ਪ੍ਰਭ ਸੋਏ। ਸੋਹੀ ਨਿਸ਼ਚਲ ਆਵੇ ਨਾ ਜਾਏ, ਆਂਦਨ ਪ੍ਰਭ ਕੇ ਹਰ ਗੁਣ ਗਾਏ। ਉਸ ਬਸਤਾ ਵਿੱਚ ਜਾ ਕੇ ਸਾਸ ਸਾਸ ਸਿਮਰੋ ਗੋਬਿੰਦ। ਮਨ ਬੁੱਧੀ ਕੁਦਰਤ ਦਾ ਜਸ ਕਰਦੇ ਰਹਿੰਦੇ ਨੇ, ਸੰਸਾਰ 'ਚ ਉਹਨਾਂ ਦਾ ਛੁਟਕਾਰਾ ਹੋ ਜਾਂਦਾ। ਚਿੰਤਾ ਨਹੀਂ ਸਾਨੂੰ ਗੁਣ ਗਾਉਣ ਦਿੰਦੀ। ਕੋਈ ਸਤਿਗੁਰਾਂ ਨੇ ਸਮਝਾਇਆ, ਚਿੰਤਾ ਤਾਂ ਕੀ ਕੀਜੀਏ, ਚਿੰਤਾ ਤਾਂ ਕਰੀਏ ਭਾਈ ਜੇ ਸਾਡੇ ਹੁਕਮ ਅਨੁਸਾਰ ਹੁੰਦਾ। ਸਾਰਾ ਕੁਛ ਤਾਂ ਹੁਕਮ 'ਚ ਹੋ ਰਿਹਾ, ਪਰ ਮਨ ਨਹੀਂ ਮੰਨਦਾ। ਮਨ ਨੂੰ ਮਨਾਉਣਾ ਹੈ। ਮਾਣੀ ਮਨ ਨੂੰ ਬਸ ਕਰਨ ਦੀ ਵਿਧੀ ਹੈ। ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ, ਪੂਰਨ ਕਿਰਪਾ ਲੈਣੀ ਹੈ ਭਾਈ। ਸੋਈ ਨਿਸ਼ਚਲ ਆਵੇ ਨਾ ਜਾਏ, ਅੰਦਨ ਪ੍ਰਭ ਕੇ ਹਰ ਗੁਣ ਗਾਏ। ਉਹੀ ਇੱਕ ਨਿਸ਼ਚਲ ਅਵਸਥਾ ਵਾ। ਅਵਚਲ ਜਿਹੜਾ ਹੈਗਾ, ਨਿਸ਼ਚਲ ਥਿਰ, ਜਿਹਨੂੰ ਬਾਣੀ ਵਿੱਚ ਦੇਵਲੋਕ ਕਿਹਾ, ਹਰਦੁਆਰ ਕਿਹਾ। ਨਾਮ ਜਪਤ ਸੁਖ ਪਾਇਆ ਰਾਮ, ਉਹੀ ਤਾਂ ਹੈ ਅਵਚਲ ਨਗਰ। ਉੱਥੇ ਪਹੁੰਚਣਾ ਭਾਈ। ਉੱਥੇ ਕੀ ਨੇ ਜਾਣਾ, ਉੱਥੇ ਧਿਆਨ ਨੇ ਜਾਣਾ। ਪਹਿਲਾਂ ਗਿਆਨ ਮਿਲੂ, ਫਿਰ ਗਿਆਨ ਹੀ ਧਿਆਨ ਬਣ ਜਾਂਦਾ। ਜਿੱਥੇ ਲੇਖਾ ਮੰਗੀਏ ਤਿੱਥੇ ਦੇਹ ਜਾਤ ਨਾ ਜਾਏ। ਉੱਥੇ ਚਿੰਤਾ ਖਤਮ ਹੁੰਦੀ ਹੈ, ਜਾ ਕੇ ਧਿਆਨ ਸਾਡਾ ਉੱਥੇ ਪਹੁੰਚ ਜਾਂਦਾ। ਉਹਦੀ ਕਿਰਪਾ ਰਹਿਮਤ ਨਾਲ ਜਿਨੀ ਨਾਮ ਧਿਆਇਆ, ਗਏ ਮੁਸੱਕਤ ਕਾਲ, ਨਾਨਕ ਤੇ ਮੁਕੁਜਲੇ ਕੀਤੀ ਛੁੱਟੀ ਨਾਲ। ਕਿੰਨੇ ਉਹ ਗੁਰਸਿੱਖਾਂ ਨਾਲ ਹੋਰ ਨਿਕਲ ਜਾਂਦੇ ਨੇ। ਭਗਤ ਗੁਰੂ ਸਾਹਿਬਾਨਾਂ ਨੇ ਸੰਸਾਰ ਨੂੰ ਗਿਆਨ ਦਾ ਸਮੁੰਦਰ ਦਿੱਤਾ ਹੈ। ਆਪਾਂ ਇਹਦੇ ਪਿੱਛੇ ਚੱਲ ਕੇ ਆਪਾਂ ਵੀ ਸਮੁੰਦਰ 'ਚ ਲੈ ਹੋਣਾ ਵਾ। ਨਦੀਆਂ ਪਵੇ ਸਮੁੰਦਰਾਂ ਜਾਣੀਏ, ਜਿਵੇਂ ਨਦੀਆਂ ਨਾਲੇ ਮਲੀਨ ਹੁੰਦੇ ਆ, ਪਰ ਸਮੁੰਦਰ ਉਹਨਾਂ ਨੂੰ ਆਪਦਾ ਰੂਪ ਦੇ ਦਿੰਦਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਤਾਂ ਕੋ ਕਰੋ ਸਗਲ ਨਮਸਕਾਰ, ਜਾ ਕੇ ਮਨ ਪੂਰਨ ਨਿਰੰਕਾਰ। ਜਿਹਨੂੰ ਨਿਰੰਕਾਰ ਦੀ ਸੋਝੀ ਹੋ ਜਾਂਦੀ ਹੈ ਭਾਈ, ਜਿਨ੍ਹਾਂ ਨੇ ਆਪਾਂ ਨੂੰ ਸੋਝੀ ਦਿੱਤੀ, ਭਗਤ ਗੁਰੂ ਸਾਹਿਬਾਨਾਂ ਨੇ। ਨਮਸਕਾਰ ਬਾਣੀ ਨੂੰ ਕਰਨਾ ਚਾਹੀਦਾ, ਗੁਰ ਸ਼ਬਦ ਦੇ ਅੱਗੇ ਝੁਕਣਾ ਚਾਹੀਦਾ। ਜਿਵੇਂ ਆਪਾਂ ਗੁਰੂ ਘਰ ਦੇ ਵਿੱਚ ਜਾ ਕੇ ਲੰਮੇ ਵੀ ਪੈ ਜਾਂਦੇ ਹਾਂ, ਪਰ ਮਨ ਨੂੰ ਲੰਬਾ ਕਰਨਾ। ਮਨ ਮੇਰੋ ਗੱਜ ਜੇਵਾ ਮੇਰੀ ਕਾਤੀ, ਭਗਤ ਨਾਮਦੇਵ ਜੀ ਸਮਝਾਉਂਦੇ ਆ। ਮਨ ਦੇ ਵਿੱਚ ਬਹੁਤ ਇੱਛਾ ਨੇ, ਇਹਨੂੰ ਸਿੱਧਾ ਕਰਨਾ ਵਾ। ਮਨ ਵਸ ਆਵੇ ਨਾਨਕਾ, ਇਹ ਬਸ ਕਰਨ ਦੀ ਵਿਧੀ ਹੈ। ਇਹ ਪੂਰਨ ਕਿਰਪਾ ਲੈਣੀ ਆਪਾਂ ਗਿਆਨ ਦੀ। ਤਾਂ ਕੋ ਕਰੋ ਸਗਲ ਨਮਸਕਾਰ, ਜਾ ਕੇ ਮਨ ਪੂਰਨ ਨਿਰੰਕਾਰ। ਕਰ ਕਿਰਪਾ ਮੋਹਿ ਠਾਕਰ ਦੇਵਾ, ਨਾਨਕ ਉਦਰੇ ਜਨ ਕੀ ਸੇਵਾ। ਕਰ ਕਿਰਪਾ ਮੋਹਿ ਠਾਕਰ, ਤੁਮ ਠਾਕਰ ਤੁਮ ਪੇ ਅਰਦਾਸ। ਆਪਾਂ ਅਰਦਾਸ ਵੀ ਕਰਦੇ। ਠਾਕਰ ਤੋਂ ਭਾਵ ਗੁਣਵਾਚਕ ਨਾਉ ਨੇ। ਉਹਨੇ ਸਾਰੀ ਸ੍ਰਿਸ਼ਟੀ ਨੂੰ ਠਾਕ ਕੇ ਰੱਖਿਆ ਹੋਇਆ, ਬੰਨ੍ਹ ਕੇ ਰੱਖਿਆ ਹੋਇਆ। ਤੁਮ ਪੇ ਅਰਦਾਸ ਉਹਦੇ ਅੱਗੇ ਬੇਨਤੀ ਕਰਨੀ ਚਾਹੀਦੀ ਹੈ ਭਾਈ। ਜੀਓ ਪਿੰਡ, ਜੀਵ ਆਤਮਾ, ਪਿੰਡ ਸਰੀਰ, ਸਾਰਾ ਉਹਦੀ ਤਾਂ ਕਿਰਪਾ ਨਾਲ ਮਿਲਿਆ ਆਪਾਂ ਨੂੰ। ਉਹੀ ਸਤਿਗੁਰ ਸਮਝਾਉਂਦੇ ਨੇ, ਕਰ ਕਿਰਪਾ ਮੋਹਿ ਠਾਕਰ ਦੇਵਾ, ਨਾਨਕ ਉਦਰੇ ਜਨ ਕੀ ਸੇਵਾ। ਉਹ ਜਨਾਂ ਦਾ ਆਧਾਰ ਹੋ ਜਾਂਦਾ ਹੈ। ਪਿੱਛੇ ਵੀ ਆਪਾਂ ਸੁਖਮਨੀ ਸਾਹਿਬ ਦੀ ਵਿਚਾਰ ਕੀਤੀ ਹੈ ਸ਼ਲੋਕ ਦੀ। ਸੰਤ ਸਰਨ ਜੋ ਜਨ ਪਰੇ, ਸੋ ਜਨ ਉਦਰ ਨਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਸਾਨੂੰ ਬਹੁਰ ਵਾਰ ਫਿਰ ਜਨਮ ਲੈਣੇ ਪੈਣਗੇ ਭਾਈ। ਇਹ ਸੰਤ ਕਾ ਮਾਰਗ ਹੈ। ਬਾਣੀ ਸੰਸਾਰੀ ਸੰਤਾਂ ਦੀ ਗੱਲ ਨਹੀਂ ਹੈਗੀ। ਇਹ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਹੈਗਾ। ਇਹ ਨਿਰਾਕਾਰ ਦੁਨੀਆ ਦਾ ਭਾਵ ਆਕਾਰ ਤੋਂ ਰਹਿ ਧਿਆਨ ਦੀ ਦੁਨੀਆ 'ਚ ਆਪਾਂ ਜਾਣਾ, ਜਿੱਥੋਂ ਆਤਮਾ ਟੁੱਟ ਕੇ ਆਈ ਆ। ਹਰ ਬਿਸਰਤ ਸਦਾ ਖੁਆਰੀ, ਜਿੱਥੋਂ ਆਪਾਂ ਟੁੱਟ ਕੇ ਆਏ। ਜਦ ਦੀ ਆਪਣੀ ਖੁਆਰੀ ਸ਼ੁਰੂ ਆ ਜੰਮਣ ਮਰਨ ਦੀ, ਹੁਣ ਇਹ ਖਤਮ ਹੋਣੀ ਹੈ। ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ। ਸਤਿਗੁਰ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ। ਚਿੰਤਾ ਤਾਂ ਕੀ ਕੀਜੀਏ, ਜੋ ਅਨਹੋਨੀ ਹੋਏ। ਇਹ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕਰੇ। ਥਿਰ ਨਹੀਂ ਕੋਈ ਥਿਰ ਨਹੀਂ ਭਾਈ। ਜੋ ਉਪਜਿਆ ਸੋ ਬਿਨ ਸਕੇ ਆ ਜਾਣਾ ਆਪਾਂ ਨੂੰ। ਚਲੋ ਪਰਵਾਜ ਕੀ ਕਾਲ, ਜੋ ਚੀਜ਼ ਆਪਾਂ ਦੇਖ ਰਹੇ ਹਾਂ ਸਭ ਨਾਸ ਹੋ ਜਾਣੀ ਹੈ। ਉਸ ਤੋਂ ਪਹਿਲਾਂ ਆਪਾਂ ਆਪਦੇ ਘਰ ਪਹੁੰਚਣਾ ਵਾ, ਨਾਮ ਦੀ ਪ੍ਰਾਪਤੀ ਕਰਨੀ ਹੈ। ਇਹੀ ਅਰਦਾਸ ਬੇਨਤੀ ਕਰਨੀ ਹੈ ਨਾਮ ਦੀ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਸਾਡੀ ਵੀ ਚਿੰਤਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।